ਮੈਂ ਕਮਲਕ ਦਾ ਸ਼ੋਅ ਕਰਾਈਏ, ਸਰਕਸ ਲੈ ਆਈਏ। ਬਾਹਰ ਟਿਕਟ ਇਹ ਹੋਵੇ ਵੀ ਜਿਹੜਾ ਬੰਦਾ ਕਿਸਾਨ ਨੂੰ ਮਜ਼ਲੂਮ ਤੇ ਉਹਦੇ ਜਿਹੜਾ ਨਾ ਸ਼ੇਅਰ ਕਰੇ ਵੀ ਇਹਨਾਂ ਦਾ ਜ਼ੁਲਮ ਬੰਦ ਕਰੋ, ਉਹਨੂੰ ਤੁਸੀਂ ਕਰ ਦਿਓ ਤੇ ਬੜੇ 20 ਲੱਖ ਬੰਦਾ ਦੀ ਡੀਪੀ ਲੱਗੀ ਵੀ ਉਸੇ ਵੀ ਕਿਸਾਨ ਨਾਲ ਜ਼ੁਲਮ ਹੋ ਰਿਹਾ। ਸੌਦੇ ਤੇ ਆ ਤੇ ਗੱਲ ਚੁੱਪ ਕਰ ਗਏ ਕਿਉਂਕਿ ਮਾਰਕੀਟ ਕਮਜ਼ੋਰ ਹੋ ਗਈ ਹੈ ਤੇ ਉਹਨੂੰ ਡਰ ਲੱਗ ਗਿਆ ਵੀ ਹੁਣ ਮੈਂ ਇਹਨੂੰ ਰੇੜ ਕੀ ਦੱਸਾਂ। ਕੁੱਪੀ ਵਾਲਾ ਰੋ ਰਿਹਾ ਹੈ, ਕਿੰਨੂ ਵਾਲਾ ਰੋ ਰਿਹਾ ਹੈ, ਮਾਲਟੇ ਵਾਲਾ ਰੋ ਰਿਹਾ ਹੈ, ਅੰਬ ਵਾਲਾ ਰੋ ਰਿਹਾ ਹੈ, ਸਾਰੀ ਦੁਨੀਆ ਜੋ ਰੋ ਰਹੀ ਹੈ। ਤੇ ਇੱਕ ਵਾਰੀ ਬਾਹਰ ਆ ਤੇ ਪੈਟੀ ਲਵਣ ਤਸੱਲੀ ਨਾਲ ਨਿਕਲਣਾ ਚਾਹੀਦਾ ਕਿਸਾਨਾਂ ਨੂੰ। ਬਈ ਜੀ ਜਿਹੜੀ ਸੂਰਤ-ਹਾਲ ਚੱਲਦੀ ਪਈ ਹੈ ਇਹਦੇ ਵਿੱਚ ਆਲੂ ਵਾਲੇ ਸਾਰੇ ਕਿਸਾਨਾਂ ਨੂੰ ਨੁਕਸਾਨ ਹੁੰਦਾ ਪਿਆ, ਭਾਵੇਂ ਕੋਈ ਐਗਰੀਮੈਂਟ ਵਾਲਾ ਤੇ ਭਾਵੇਂ ਕੋਈ ਦੂਜੇ ਹੈ, ਜਿਹੜਾ ਮਰਜ਼ੀ ਉਹਨੂੰ ਸਾਰਾ ਨਹੀਂ ਹੋਣਾ। ਬ੍ਰੇਕਿੰਗ ਨਿਊਜ਼ ਹੈ ਕਿ ਜਿਹੜੇ ਤਜਾਕਿਸਤਾਨ ਦੇ ਦੋ ਤਿੰਨ ਮੁਲਕ ਹਨ ਜਿਹਨਾਂ ਸੈਂਟਰਲ ਏਸ਼ੀਆ ਦੇ ਨੇ, ਉਹਨਾਂ ਦੇ 2 ਵਜ਼ੀਰ ਆਜ਼ਮ ਤੁਹਾਡੇ ਪਾਕਿਸਤਾਨ ਦੇ ਵਿੱਚ ਤਸ਼ਰੀਫ ਲਿਆ ਰਹੇ ਨੇ, ਜਿਹੜਾ ਟ੍ਰੇਨ ਵਾਲਾ ਮਨਸੂਬਾ ਹੈ ਉਹਦੇ ਤਹਿਤ। ਮੋਬਾਈਲ ਵੀ ਹੈ ਕਿਸਾਨਾਂ ਕੋਲ ਤੇ ਉਹਨਾਂ ਕੋਲ ਜਨਾਬ ਇਹ ਬਿਹਤਰੀਨ ਸੋਰਸ ਹੈ, ਇਹ ਆਦਾ ਇਸਤੇਮਾਲ ਕਰਨ। एहतजाज ਕੰਮ ਅਦ ਕੰਮ ਰਿਕਾਰਡ ਕਰਵਾਉਣ ਨਾ ਗਵਰਨਮੈਂਟ ਨੂੰ ਪਤਾ ਤਾਂ ਲੱਗੇ ਕਿਸਾਨਾਂ ਨਾਲ ਜ਼ੁਲਮ ਹੋ ਰਿਹਾ ਹੈ, ਇਹਦਾ ਜਨਾਬ ਕੁਝ ਨਾ ਕੁਝ ਹੱਲ ਕੱਢਣਾ ਚਾਹੀਦਾ। ਜਿਹੜਾ LR ਹੈ ਇਹਨੂੰ ਬਾਰਡਰ ਨਾਲ ਇਹਦਾ ਕੋਈ ਤਾਲੁਕ ਨਹੀਂ, ਜਾਂ ਜਿਵੇਂ ਮੂਜ਼ਿਕਾ ਜਾਂ ਹੋਰ ਦੂਸਰੀਆਂ ਵੈਰਾਈਟੀਆਂ ਉਹ ਐਕਸਪੋਰਟ ਹੁੰਦੀਆਂ ਨੇ, ਐਕਸਪੋਰਟ ਨਹੀਂ ਹੁੰਦਾ। ਠੀਕ ਹੈ, ਹੁਣ ਇਹਦਾ ਰੇਟ ਕਿਉਂ ਘਟਾਈਏ, ਕੀ ਵਜ੍ਹਾ ਬਣੀ? ਹਾਂਜੀ, ਇਸ ਟਾਈਮ ਜਨਾਬ LR ਦੀ ਪਟਾਈ ਦੇ ਵਿੱਚ ਮੌਜੂਦ ਹੈ ਤੇ ਵਪਾਰੀ ਵੀ ਸਾਡੇ ਨਾਲ ਹੈ ਤੇ ਮਾਲਕ ਵੀ ਸਾਡੇ ਨਾਲ ਹੈ। ਇਹਨਾਂ ਕੋਲੋਂ ਜਨਾਬ ਇਹਨਾਂ ਦੇ ਮੁਤਲਕ ਸਵਾਲ ਪੁੱਛਣੇ ਆ ਵੀ ਇਹ ਵੈਰਾਈਟੀ ਦਾ ਸੌਦਾ ਕਿਵੇਂ ਉਹਨਾਂ ਕੀਤਾ ਹੈ। ਇਹ ਜਿਹੜੀਆਂ 3 ਕਿਸਮ ਦੇ ਜਨਾਬ ਅਲੱਗ-ਅਲੱਗ ਇਹ ਵੱਖਰੀਆਂ ਜੇਲਾਂ ਲੱਗੀਆਂ ਖੜੀਆਂ ਨੇ, ਇਹ ਕਿਉਂ ਲੱਗੀਆਂ ਖੜੀਆਂ ਨੇ, ਇਹ ਭਾਈਰਾਂ ਦੇ ਨਾਲ ਗੱਲ ਕਰਨੇ। ਹਾਂਜੀ ਭਾਈ ਜਾਨ, ਕੀ ਹਾਲ ਚਾਲ ਹੈ? ਅਲਹਮਦੁਲਿਲਾ। ਇਹ ਵੱਖਰੀ ਤੁਸੀਂ 3 ਜੇਲਾਂ ਕਿਉਂ ਲਾਈ ਖੜੇ ਨੇ? ਇਹ ਜੀ ਆਲੂ ਦਾ ਸਾਈਜ਼ ਹੈ ਕੁਝ ਜ਼ਿਆਦਾ ਮੋਟਾ। ਅੱਛਾ, ਇਹਦੇ ਵਿੱਚ ਕੋਈ ਅਸੀਂ ਓਵਰ ਸਾਈਜ਼ ਆਪਣਾ ਸਿਲੈਕਟ ਕਰਨੇ ਆ ਜਿਹੜੇ ਕਿ ਜ਼ਿਆਦਾ ਸਪੈਸ਼ਲ ਤੌਰ ਤੇ ਜਾਂਦੇ ਨੇ, ਜਿਹੜਾ ਬੰਦ ਕਰੀਏ ਪ੍ਰਾਈਸ ਵਾਸਤੇ ਜਿਹੜਾ। ਅੱਛਾ, ਅਸੀਂ ਮੋਟਾ ਆਲੂ ਜਿਹੜਾ ਓਵਰ ਸਾਈਜ਼ ਦੇ ਵਿੱਚ ਇਸਤੇਮਾਲ ਹੁੰਦਾ ਜ਼ਿਆਦਾ ਸਪੈਸ਼ਲ। ਤੇ ਜਿਹੜਾ ਦਰਮਿਆਨਾ ਸਾਈਜ਼ ਹੈ ਇਹ ਦਰਮਿਆਨਾ ਸਾਈਜ਼ ਵੀ ਜ਼ਿਆਦਾ ਹੈ, ਫੈਕਟਰੀਆਂ ਵਗੈਰਾ ਨਹੀਂ ਵਗੈਰਾ। ਤੇ ਉਸ ਤੋਂ ਇਲਾਵਾ ਆ ਗਿਆ ਬੀਜ ਵੀ ਤੁਸੀਂ ਖਰੀਦ ਰਹੇ ਨੇ ਕਿ ਬੀਜ ਮਾਲਕ ਲੈ ਰਹੀ ਹੈ? ਬੀਜ ਮਾਲਕ ਦਾ ਗਿਆ। ਇਹ ਅੱਛਾ, ਇਹ ਹੁਣ ਆਪਾਂ ਸੌਦਾ ਕਿਵੇਂ ਕੀਤਾ ਹੈ? ਸੌਦੇ ਤੇ ਆ ਤੇ ਗੱਲ ਚੁੱਪ ਕਰ ਗਏ ਕਿਉਂਕਿ ਮਾਰਕੀਟ ਕਮਜ਼ੋਰ ਹੋ ਗਈ ਹੈ ਤੇ ਉਹਨੂੰ ਡਰ ਲੱਗ ਗਿਆ ਵੀ ਹੁਣ ਮੈਂ ਇਹਨੂੰ ਰੇੜ ਕੀ ਦੱਸਾਂ। ਹਾਲਾਤ ਭਾਈ ਜਾਨ ਇਹ ਜੀ ਚੱਲਦੇ ਪਏ ਨੇ ਤੇ ਰੇਟ ਚਲੋ ਥੋੜਾ ਜਿਹਾ ਤੁਸੀਂ ਸ਼ਰਮਾ ਰਹੇ ਨੇ ਰੇਟ ਵਿੱਚ, ਤੇ ਬਾਕੀ ਇਹ ਤੁਸੀਂ ਪ੍ਰਾਈਵੇਟ ਖਰੀਦਦੇ ਨੇ ਜਾਂ ਹੋਰ ਐਗਰੀਮੈਂਟ ਵੀ ਤੁਸੀਂ ਕਰਦੇ ਨੇ LR ਦਾ? ਜੀ ਆਪਣੇ ਐਗਰੀਮੈਂਟ ਵੀ ਹੁੰਦੇ ਨੇ, ਆਪਣੀ ਦੁਕਾਨ ਹੈਗੀ ਹੈ, ਜਿਸ ਤਰ੍ਹਾਂ ਆਪਣਾ ਕੰਪਲੈਕਸ ਹੈ ਦੀਪਾਲਪੁਰ ਹਜਵੇਰੀ ਕੰਪਲੈਕਸ, ਹਜਵੇਰੀ ਐਗਰੀ ਕੰਪਲੈਕਸ ਦੀਪਾਲਪੁਰ ਕੈਦਰ ਚੌਕ ਦੇ ਬੜਾ ਦਫ਼ਤਰ ਹੈ ਜੀ। ਅੱਛਾ, ਅਗਰ ਕਿਸੇ ਬੰਦੇ ਨੂੰ ਕਿਸੇ ਨੇ ਆਲੂ ਦੇਣੇ ਹੋਣ ਜਾਂ ਕਿਹੜੀਆਂ ਵੈਰਾਈਟੀਆਂ ਤੁਸੀਂ ਖਰੀਦਦੇ ਹੋ? ਅਸੀਂ ਜੀ LR ਹੋ ਗਿਆ ਤੇ ਅੱਗੇ ਦੂਸਰਾ ਐਲਵਾਸਟੋਨ ਹੋ ਗਿਆ, ਯਾਨੀ ਕਿ ਪੈਪਸੀ ਦੀ ਵੈਰਾਈਟੀ ਜੋ ਵੀ ਅਸੀਂ ਖਰੀਦਦੇ AVR ਵੀ ਖਰੀਦਦੇ ਨੇ ਤੇ LR ਵੀ ਖਰੀਦਦੇ ਨੇ ਜੀ। ਲਓ ਜੀ, ਕਾਫੀ ਦੋਸਤ ਸਾਡੇ ਨਾਲ ਰਾਬਤਾ ਕਰਦੇ ਨੇ ਯਾਰ, ਉਹ ਆਂਦੇ ਨੇ ਜਿਹੜੇ ਅਸੀਂ ਪ੍ਰਾਈਵੇਟ ਆਲੂ ਲਗਾਏ ਹੋਏ ਨੇ AVR ਜਾਂ LR, ਉਹਨਾਂ ਦੇ ਖਰੀਦਦਾਰ ਜਨਾਬ ਸਾਡੇ ਨਾਲ ਕਿਸੇ ਦਾ ਰਾਬਤਾ ਕਰਵਾਓ। ਇਹ ਭਾਈ ਹੋਰੀ ਜਨਾਬ ਦੀਪਾਲਪੁਰ ਤੋਂ ਤਸ਼ਰੀਫ ਲੈਣ ਅਲ ਹਜਵੇਰੀ ਕੰਪਲੈਕਸ, ਇਹਨਾਂ ਨਾਲ ਤੁਸੀਂ ਰਾਬਤਾ ਕਰੋ, ਇਹ ਤੁਹਾਨੂੰ ਜਨਾਬ ਬਿਹਤਰੀਨ ਰੇਟ ਦੇਵਣਗੇ LR ਦਾ ਵੀ ਤੇ AVR ਦਾ ਵੀ। ਹੁਣ ਜਨਾਬ ਸਾਡੇ ਯਾਰ ਦੀ ਵਾਰੀ ਆ ਗਈ ਹੈ, ਜਿਨਨੇ ਜਨਾਬ ਪਹਿਲੇ ਆਖਿਆ ਜਨਾਬ ਜਿੰਨਾ ਮੇਰਾ ਖਰਚਾ ਹੋਇਆ ਉਹਨੇ ਮੈਨੂੰ ਪੈਸੇ ਆ ਗਏ। ਅੱਜ ਜਨਾਬ ਥੋੜਾ ਜਿਹਾ ਇਹ ਗੁੱਸਾਈ ਖੜਾ, ਸ਼ਰਮਾਂਦਾ ਪਿਆ ਹੈ ਤੇ ਰੋਂਦਾ ਵੀ ਪਿਆ ਵੀ ਮੈਨੂੰ ਨੁਕਸਾਨ ਹੋ ਗਿਆ ਹੈ। ਹੁਣ ਇਹਦੇ ਕੋਲ ਜਨਾਬ ਪੁੱਛਣੀ ਹੈ ਵੀ ਨੁਕਸਾਨ ਕਿਉਂ ਹੋ ਗਿਆ? ਪਹਿਲੇ ਤਾਂ ਤੂੰ ਖੁਸ਼ ਹੈ, ਹੁਣ ਕਿਉਂ ਅਫਸਰਦਾ ਹੈ? ਹਾਂਜੀ ਮੀਆਂ ਸਾਹਿਬ, ਕੀ ਹਾਲ ਹੈ? ਰਾਮ ਜੀ ਠੀਕ ਠਾਕ? ਮੇਰੇ ਤਾਂ ਹਾਲ ਸਹੀ ਹੈ, ਤੁਸੀਂ ਸੁਣਾਓ। ਸਾਡੇ ਸਾਰੇ ਹਾਲਾਤ ਖਰਾਬ ਹਨ ਕਿਉਂਕਿ ਅੱਗੇ ਰੇਟ ਸੀ 30 ਰੁਪਏ, ਅੱਛਾ, ਸੌਦਾ ਹੋਇਆ ਹੁਣ ਅੱਧੇ ਗਏ ਚਲੇ। ਤੁਸੀਂ ਉਸ ਲਈ ਆਖਿਆ ਨਾ ਕੋਈ ਸ਼ੈ ਲੈਣੀ ਆਈ ਨਾ ਕੋਈ ਸ਼ੈ ਦੇਣੀ ਆਈ। ਹਾਂ, ਅਗਰ 30 ਰੁਪਏ ਹੁੰਦੇ ਤਾਂ ਸਾਡੇ ਪੂਰੇ ਹੁੰਦੇ ਆ। ਅੱਛਾ, ਹੁਣ ਉਹਦੇ ਚ ਅੱਧਾ ਕੋਰੀ 15 ਰੁਪਏ ਚ ਸੌਦਾ ਕੀਤਾ ਜੀ। ਉਹ ਅੱਗੇ ਉਹ 20 ਵੀ ਲੈ ਗਿਆ ਸਾਡੇ ਕੋਲੋਂ, ਸਾਰਾ ਕੁਝ ਹੋਵੇ 67 68 ਬੋਰੀ ਨਿਕਲ ਗਈ ਹੈ। ਉਹ 2,30,32,000 ਦਾ ਕਿੱਲਾ ਹੋ ਗਿਆ। ਅੱਛਾ, ਪਹਿਲੇ ਤੁਸੀਂ ਆਂਦੇ ਆਓ ਮੈਨੂੰ ਨਾ ਕੋਈ ਸ਼ੈ ਲੈਣੀ ਆਈ ਨਾ ਕੋਈ ਦੇਣੀ ਆਈ, ਸ਼ੁਕਰ ਅਲਹਮਦੁਲਿਲਾ ਮੈਂ ਚੰਗਾ ਰਹਿ ਗਿਆ। ਹੁਣ ਆ ਤੇ ਤੁਹਾਨੂੰ ਪਰੇਸ਼ਾਨੀ ਹੁੰਦੀ ਪਈ ਹੈ, ਹੁਣ ਤਾਂ ਪੈਦਾਵਾਰ ਵੀ ਜ਼ਿਆਦਾ ਆਉਂਦੀ ਪਈ ਹੈ, ਉਸਲੇ ਪੈਦਾਵਾਰ ਵੀ ਕਮ ਆਈ। ਉਸਲੇ ਰੇਟ ਜ਼ਿਆਦਾ ਸੀ ਨਾ, ਰੇਟ ਹੁਣ ਥੋੜਾ ਹੈ, ਅੱਧੋ ਅੱਧਾ ਫਰਕ ਹੈ। ਉਸਲੇ 32 ਰੁਪਏ ਆਪਾਂ ਸੌਦਾ ਕੀਤਾ, ਹੁਣ 16 ਰੁਪਏ ਸੌਦਾ ਕੀਤਾ। ਹੁਣ
ਰੇਟ ਮਾਲ ਉਤਾ ਹੀ ਨਿਕਲਦਾ ਪਿਆ। ਜਿਹੜਾ ਜ਼ਿਆਦਾ ਹੁਣ ਤਾਂ ਬੀ ਵੀ ਆਪਣੇ ਕੋਲ ਆ ਗਿਆ, ਅੱਗੇ ਬੀ ਵੀ ਉਹਨਾਂ ਲਿਆ ਸੀ, ਉਹ ਬੀ ਵੀ ਆਪਣੇ ਕੋਲ ਆ ਗਿਆ, ਤਾਂ ਹੁਣ ਜਿਹੜਾ ਇਹਨਾਂ ਨੇ ਨੁਕਸਾਨ ਹੁੰਦਾ ਪਿਆ, ਲੱਖ ਸਵੇ ਲੱਖ ਦਾ ਕਿੱਲਾ। ਅੱਛਾ, ਤੁਸੀਂ ਪਹਿਲੇ ਇਹ ਗੱਲ ਕੀਤੀ ਹੈ ਵੀ ਜਿਹੜਾ LR ਹੈ ਇਹਨੂੰ ਬਾਰਡਰ ਨਾਲੇ ਦਾ ਕੋਈ ਤਾਲੁਕ ਨਹੀਂ, ਜਾਂ ਜਿਵੇਂ ਮੁਜ਼ੀਕਾ ਜਾਂ ਹੋਰ ਦੂਸਰੀਆਂ ਵੈਰਾਈਟੀਆਂ ਨੇ ਉਹ ਐਕਸਪੋਰਟ ਹੁੰਦੀਆਂ ਨੇ, ਐਕਸਪੋਰਟ ਨਹੀਂ ਹੁੰਦਾ, ਠੀਕ ਹੈ। ਹੁਣ ਇਹਦਾ ਰੇਟ ਕਿਉਂ ਘਟਾ, ਇਹ ਕੀ ਵਜ੍ਹਾ ਬਣੀ? ਇਹਦਾ ਰੇਟ ਇਹ ਜੀ ਜਿਹੜੇ ਪ੍ਰਾਈਵੇਟ ਆ ਗਿਆ ਨਾ AVR, AVR ਵੀ ਬੜਾ ਲੈ ਜਾਂਦੇ ਨੇ, ਉਹਨਾਂ ਦਾ ਰੇਟ ਅਜੇ ਵੀ 30-32 ਰੁਪਏ 29 ਰੁਪਏ ਖੜਾ ਹੈ AVR ਦਾ। ਉਹਦੇ ਵਿੱਚ ਉਹ ਆਂਦੇ ਨੇ ਜੋ ਗਿਓ ਥੋੜਾ ਪੈਂਦਾ, ਇਹਦੇ ਗਿਓ ਚੋਕਾ ਪੈਂਦਾ, ਐਵੇਂ ਵਾ ਫਿਲਮ ਸੁਣਾ ਕੇ ਮਤਲਬ ਡਿਮਾਂਡ ਜ਼ਿਆਦਾ ਬਣਾ ਦਿੱਤੀ ਨਹੀਂ ਹੈ, ਕੰਮ ਕਰ ਦਿੱਤੇ ਨੇ, ਐਵੇਂ ਫਿਲਮ ਸੁਣਾਈ ਆਂਦੇ ਜੀ ਉਹ ਆਈ ਹੋ ਗਿਆ, ਇਹ ਹੋ ਗਿਆ, ਸਾਡੀ ਲੁੱਟੀ ਖੜਾ ਇਨਸਾਨ ਤਾਂ। ਮਤਲਬ ਹੁਣ ਜਿਹੜੀ ਸੂਰਤ-ਹਾਲ ਚੱਲਦੀ ਪਈ ਹੈ ਇਹਦੇ ਵਿੱਚ ਆਲੂ ਵਾਲੇ ਸਾਰੇ ਕਿਸਾਨਾਂ ਨੂੰ ਨੁਕਸਾਨ ਹੁੰਦਾ ਪਿਆ, ਭਾਵੇਂ ਕੋਈ ਐਗਰੀਮੈਂਟ ਵਾਲਾ ਤੇ ਭਾਵੇਂ ਕੋਈ ਦੂਜੇ ਹੈ, ਜਿਹੜਾ ਮਰਜ਼ੀ ਉਹਨੂੰ ਸਾਰਾ ਨਹੀਂ ਨੁਕਸਾਨ। ਹੁਣ ਇਹਦਾ ਬਾਰਡਰ ਨਾਲ ਵੀ ਕੋਈ ਤਾਲੁਕ ਨਹੀਂ, ਫਿਰ ਵੀ ਨੁਕਸਾਨ ਹੁੰਦਾ ਪਿਆ। ਜਿਨ੍ਹਾਂ ਦਾ ਬਾਰਡਰ ਨਾਲ ਤਾਲੁਕ ਹੈ ਉਹ ਤਾਂ ਸਾਫ਼ਦਾਰ ਹੈ, ਉਹ ਤਾਂ ਆਨੇ ਭਾਅ ਹੋ ਗਿਆ ਆਲੂ। 600-700 ਰੁਪਏ ਬੋਰੀ ਲਈ ਜਾਂਦੇ ਨੇ, ਉਹ ਕੀ ਮਾਲ ਨੂੰ ਖਵਾਈ ਜਾਂਦੇ, ਬਾਰਡਰ ਜਾਂਦਾ ਹੀ ਕੋਈ ਨਹੀਂ ਨਾ। ਮੰਡੀਆਂ ਵਾਲੇ ਜਿਹੜਾ ਮੰਡੀ ਵੀ ਜਾਂਦਾ ਹੈ ਉਹ ਵੀ ਉੱਥੇ ਫਾਰਮ ਵਾਲੇ ਖੜੋ ਗਏ ਨੇ, ਉਹ ਲਈ ਜਾਂਦੇ। ਅੱਛਾ, ਇਹ ਭਾਈ ਹੋਰਾਂ ਜਨਾਬ ਬੜਾ ਅੱਛਾ ਫੈਸਲਾ ਕੀਤਾ ਸੀ, ਇਹਨਾਂ ਸਾਰਾ ਆਲੂ ਐਗਰੀਮੈਂਟ ਵਾਲਾ ਲਾਇਆ ਹੈ। ਇਹਨਾਂ ਦਾ ਯਾਰ ਬਾਰਡਰ ਬੰਦ ਹੋਵੇ ਜਾਂ ਖੁੱਲਾ ਹੋਵੇ, ਮੈਨੂੰ ਕੋਈ ਪਰੇਸ਼ਾਨੀ ਨਾ ਹੋਵੇ, ਇਹ ਸੋਚਦੇ ਜਨਾਬ ਤੁਸੀਂ ਇਹ ਫੈਸਲਾ ਕੀਤਾ ਸੀ। ਹਾਂਜੀ, ਇਹ ਸੋਚਦੇ। ਹੁਣ ਜਿਹੜੇ ਹਾਲਾਤ ਬਣ ਗਏ ਨੇ, ਹੁਣ ਕਿਸਾਨ ਹਰ ਤਰ੍ਹਾਂ ਦਾ ਕਿਸਾਨ ਜਨਾਬ ਇਸ ਕਸ਼ਮਕਸ਼ ਵਿੱਚ ਹੈ ਵੀ ਹੁਣ ਮੈਂ ਕੀ ਕਰਾਂ। ਹੁਣ ਇਹਦਾ ਹੱਲ ਕੀ ਕਿਸਾਨ ਕੱਢ ਸਕਦਾ ਹੈ? ਇਹ ਨਾਲ ਬਸ ਅੱਲਾ ਸਪੂਰਾ ਦਾ 1.5 ਲੱਖ ਰੁਪਇਆ ਨੁਕਸਾਨ ਹੋ। ਲਓ ਜੀ, ਇਹ ਸੂਰਤ ਹਾਲ ਚਲਦੀ ਪਈ ਹੈ ਓਵਰਆਲ ਆਲੂ ਵਾਲੇ ਦੇ ਕਿਸਾਨਾਂ ਦੀ। ਅਗਲੀ ਇਹਦੇ ਥੋੜੀ ਜਿਹੀ ਗੱਲ ਕਰਨੀ ਹੈ ਮੀਆਂ ਸਹੀ ਖਾਂ ਵੱਟੂ ਸਾਹਿਬ ਨਾਲ, ਉਹ ਇਹਦੇ ਸਾਡੇ ਨਾਲ ਹੋਰ ਰੋਸ਼ਨੀ ਪਾਵਣਗੇ। ਆਓ ਮੀਆਂ ਸਾਹਿਬ। ਤੇ ਕਿਸਾਨ 80% ਕਿਸਾਨ ਹੈ, ਸੱਤੂ ਪੀ ਤੇ ਬੂਟੀ ਪੀ ਤੇ ਸੁੱਤਾ ਪਿਆ। ਤੁਸੀਂ ਕੋਸ਼ਿਸ਼ ਕਰ ਰਹੇ, ਤੁਹਾਨੂੰ ਕੋ ਪੈਸੇ ਮਿਲਦੇ ਨੇ ਇਹਦੇ ਚੋਂ ਨਹੀਂ ਹੈ। ਜ਼ਿਮੀਂਦਾਰਾ ਹੈ, ਅਸੀਂ ਵੀ ਡਬਲ MA, ਸਾਡੇ ਵੀ ਪਿਓ ਦੀ 20 ਕਿੱਲੇ, ਅਸੀਂ ਵੀ 60 ਕਿੱਲੇ ਦੀ ਵਾਈ ਕਰਨੇ, ਅਸੀਂ ਵੀ ਸੱਤੂ ਪੀ ਤੇ ਸੌਂ ਸਕਨੇ। ਕਿਸਾਨ ਆਦੀ DP ਤੇ ਵੀਡੀਓ ਸ਼ੇਅਰ ਕਰਨ ਤੇ ਇਸ ਚੀਜ਼ ਤੋਂ ਹੀ ਡਰਦਾ ਹੈ। ਮੈਂ ਤਾਂ ਇਹਦਾ ਹੁਣ ਇੱਕੋ ਹੀ ਹੱਲ ਆਖਿਆ, ਮੈਂ ਕਮਲਕ ਦਾ ਸ਼ੋਅ ਕਰਾਈਏ, ਸਰਕਸ ਲੈ ਆਈਏ, ਬਾਹਰ ਟਿਕਟ ਇਹ ਹੋਵੇ ਵੀ ਜਿਹੜਾ ਬੰਦਾ ਕਿਸਾਨ ਨੂੰ ਮਜ਼ਲੂਮ ਤੇ ਉਹਦੇ ਜਿਹੜਾ ਨਾ ਸ਼ੇਅਰ ਕਰੇ ਵੀ ਇਹਦੇ ਨਾਲ ਜ਼ੁਲਮ ਬੰਦ ਕਰੋ, ਉਹਨੂੰ ਤੁਸੀਂ ਕਰ ਦਿਓ ਤੇ ਬੜੇ 20 ਲੱਖ ਬੰਦਾ ਦੀ DP ਲੱਗੀ ਵੀ ਉਸੇ ਵੀ ਕਿਸਾਨ ਨਾਲ ਜ਼ੁਲਮ ਹੋ ਰਿਹਾ। ਇੰਨੀ ਕੁ ਤਾਂ ਕਿਸਾਨ ਦੀ ਆਵਾਜ਼ ਉੱਠ ਰਹੀ ਹੈ। ਸਹੀ ਹੈ ਕਿ ਕਿਸਾਨਾਂ ਦਾ ਇਤਜਾਜ ਹੈ ਜਿਹੜਾ ਆਪਾਂ ਰਿਕਾਰਡ ਕਰਵਾ ਲਏ ਮੁਖਤਲਿਫ ਕਿਸਾਨਾਂ ਕੋਲ ਜਾ ਕੇ ਵੀ ਕਿਸਾਨਾਂ ਦਾ ਇੰਨਾ ਨੁਕਸਾਨ ਹੁੰਦਾ ਪਿਆ, ਇੰਨਾ ਉਹਨਾਂ ਨੂੰ ਠੇਕਾ ਹੈ, ਇੰਨੇ ਆ ਆਲੂ ਵਿਕਦੇ ਪਏ ਨੇ। ਸਿਰਫ ਆਪਾਂ ਗੱਲ ਕਰਨ ਦਾ ਮਕਸਦ ਇਹ ਹੀ ਹੈ ਕਿ ਇਤਜਾਜ ਹੈ ਗਵਰਨਮੈਂਟ ਤੱਕ ਵੀ ਸਾਡੇ ਮਾਮਲਾਤ ਆਸਾਨ ਕਰੋ, ਜਾਂ ਜੇ ਸਾਡੇ ਆਲੂ ਸਸਤੇ ਤੁਸੀਂ ਲੈਣੇ ਤਾਂ ਖਾਸ ਸਪਰੇ ਵੀ ਤੁਸੀਂ ਸਸਤੀ ਕਰੋ। ਹਰ ਗਵਰਨਮੈਂਟ ਤੱਕ ਗੱਲ ਆਪਣੀ ਸੋਸ਼ਲ ਮੀਡੀਆ ਤੇ। ਹਾਂਜੀ, ਮੈਂ 2 ਤਰੀਕ ਨੂੰ ਜਨਾਜ਼ਿਆਂ ਦੀ ਵੀਡੀਓ ਬਣਾਈ ਹੈ, ਨਾਸਰ ਮਦਨੀ ਤੇ ਦੇਸ਼ਮੁਖ ਵਾਲੇ ਨੇ ਉਹ ਵੀਡੀਓ ਚਲਾਈ ਹੈ। ਮੁੜ ਮੈਂ ਉਸ ਤੋਂ ਬਾਅਦ ਉਹ ਇੱਕ ਕਿਸਾਨ ਤੇ ਵੀਡੀਓ ਬਣਾਈ, ਉਹ ਮੀਆਂ ਇਮਰਾਨ ਅਰਸ਼ਦ ਨੇ ਚਲਾਈ ਹੈ। ਜਿਹੜੇ ਮੇਰੇ ਦਾएं ਬਾएं ਦੇ ਜ਼ਿਮੀਦਾਰ ਨੇ ਉਹ ਆਂਦੇ ਨੇ ਪਾਗਲ ਹੋ ਗਿਆ, ਤੇ ਕੱਲ ਪੰਪ ਤੋਂ ਤੇਲ ਪਵਾਉਂਦਾ 70 ਕਿੱਲਿਆਂ ਦਾ ਜ਼ਿਮੀਦਾਰ, ਤੇ ਉਹਨੂੰ ਪੰਪ ਵਾਲਿਆ ਕਹਾ ਮੀਆਂ ਜੀ ਅੱਗੇ ਤੁਹਾਡੇ ਮੈਨੇ 28,000 ਹੋਇਆ ਖੜਾ, ਤੂੰ ਆਂਦਾ ਕਿ ਆ ਕੇ ਪਾਗਲ ਦੇ ਕੋਲ ਪਿਆ ਨੇ ਵੇਲੇ ਵੀਡੀਓ ਚਾਕ ਸੀ। ਮੈਂ ਕਿਹਾ ਨਹੀਂ, ਮੈਂ ਤਾਂ ਪਾਗਲ ਨਹੀਂ ਆ, ਤੂੰ 70 ਕਿੱਲੇ ਦਾ ਜ਼ਿਮੀਦਾਰ ਸਿਆਣਾ ਹੈ ਵੀ ਜਿੰਨੂੰ ਆਦੀ ਆਵਾਜ਼ ਹੀ ਨਹੀਂ ਤੂੰ ਉਠਾ ਸਕਦਾ। ਇਹ ਜਾ ਸਾਡਾ ਇੱਕ ਮਾਟੋ ਇਹ ਜਾ ਅਸੀਂ। ਅੱਛਾ, ਵੈਸੇ ਨਾ ਤੁਸੀਂ ਵੱਟੂ ਸਾਹਿਬ ਤੁਸੀਂ ਗੱਲ ਬੜੀ ਸੋਹਣੀ ਕੀਤੀ ਹੈ, ਤੇ ਇੰਨੀ ਕੁ ਆਵਾਜ਼ ਉਠਾਉਣ ਨਾਲ, ਤੁਹਾਡੇ ਇਤਜਾਜ ਕਰਨ ਨਾਲ, ਸਾਡੇ ਰਿਕਾਰਡਿੰਗ ਕਰਨ ਨਾਲ ਘਟੋ ਘੱਟ ਇਲੈਕਟ੍ਰੋਨਿਕ ਮੀਡੀਆ ਤੇ ਵੀ ਗੱਲ ਆਪਣੀ ਹੈ ਨਾ ਪਹੁੰਚੀ ਹੈ। ਬਿਲਕੁਲ। ਵਰਨਾ ਮੇਰੀ 2 ਤਰੀਕ ਤੋਂ ਵੀਡੀਓ ਤੋਂ ਬਾਅਦ ਤੁਸੀਂ ਵੇਖੋ ਉਹ ਕੀ ਉਹ ਮੌਲਵੀ ਹੈ ਮਦਨੀ ਜੀ, ਉਹਨੇ ਮੇਰੀ ਵੀਡੀਓ ਚਲਾਈ ਹੈ, तो ਪਿਆਂਦਾ ਕਿ 7 ਮਿਲੀਅਨ ਤੋਂ ਲੱਗ ਗਈ ਹੈ और ਲੋਕਾਂ ਨੇ ਇਤਫਾਕ ਕੀਤਾ ਕਿ ਕਿਸਾਨ ਦਾ ਜ਼ੁਲਮ ਹੋ ਰਿਹਾ ਹੈ। ਆ ਮੰਡੀ ਵਾਲੇ ਉਸ ਤੋਂ ਬਾਅਦ ਉੱਠੇ ਨੇ। ਆ ਗੰਦਮ ਦਾ ਰੇਟ ਲੋਕਾਂ ਨੂੰ ਬਾਅਦ ਪਤਾ ਲੱਗਾ ਵੀ 48 ਤੋਂ 44 ਹੋਇਆ ਖਣੇ, ਤਾਂ ਗੰਦਮ ਦਾ ਰੇਟ ਤੇ ਕਿਸੇ ਨੂੰ ਅੱਜ ਪਤਾ ਹੀ ਨਹੀਂ ਆ। ਮੇਰੀ ਸੋਸ਼ਲ ਮੀਡੀਆ ਤੇ ਸਾਡਾ ਆਦਾ ਬੈਲੈਂਸ ਆਦਾ ਮੋਬਾਈਲ ਹੈ, ਕਿਸਾਨ ਆਦਾ ਹੱਕ ਲੈਣਾ ਹੀ ਨਹੀਂ ਚਾਹੁੰਦਾ। ਸਹੀ ਆਦੇ ਹੱਕ ਲੈਣ ਵਾਸਤੇ ਕਮ ਅਜ਼ ਕਮ ਜਨਾਬ ਮੋਬਾਈਲ ਵੀ ਹੈ ਕਿਸਾਨਾਂ ਕੋਲ, ਤੇ ਉਹਨਾਂ ਕੋਲ ਜਨਾਬ ਇਹ ਬਿਹਤਰੀਨ ਸੋਰਸ ਹੈ, ਇਹ ਆਦਾ ਇਸਤੇਮਾਲ ਕਰਨ, ਇਤਜਾਜ ਕਮ ਅਜ਼ ਕਮ ਰਿਕਾਰਡ ਕਰਵਾਉਣਾ, ਗਵਰਨਮੈਂਟ ਨੂੰ ਪਤਾ ਤਾਂ ਲੱਗੇ ਕਿਸਾਨਾਂ ਨਾਲ ਜ਼ੁਲਮ ਹੋ ਰਿਹਾ ਹੈ, ਇਹਦਾ ਜਨਾਬ ਕੁਝ ਨਾ ਕੁਝ ਹੱਲ ਕੱਢਣਾ ਚਾਹੀਦਾ ਹੈ। ਮੀਆਂ ਜੀ, ਮੀਆਂ ਯਾਸੀਨ ਵੱਟੂ ਇੱਕ ਦਰਵੇਸ਼ ਆਦਮੀ, ਤੁਹਾਡੇ ਜਿਹੜਾ ਨਾ ਉਸ ਬੰਦੇ ਨੇ ਸਿਆਸਤ ਨੂੰ ਇਬਾਦਤ ਸਮਝ ਕੇ ਕੀਤਾ ਹੈ। ਤੁਹਾਡੇ ਇੱਕ ਜ਼ਿਲ੍ਹਾ ਉਕਾੜਾ ਨਹੀਂ, ਪੂਰੇ ਪੰਜਾਬ, ਪੂਰੇ ਪਾਕਿਸਤਾਨ, ਪੂਰੀ ਦੁਨੀਆ ਚ ਉਹਦਾ ਨਾਂ ਹੈ। ਉਹਦੇ ਦੌਰ 'ਚ ਇੱਕ ਵਾਰੀ 3 ਰੁਪਏ ਪੈਟਰੋਲ ਵਿੱਚ ਇਜ਼ਾਫਾ ਹੋਇਆ ਸੀ, 3 ਰੁਪਏ। ਇੱਕ ਦਿਨ ਸਟ੍ਰਾਈਕ ਚੱਲੀ ਸੀ, ਉਹਨੇ ਅਸੈਂਬਲੀ ਵਿੱਚ ਜਾ ਕੇ ਕਿਹਾ ਸੀ ਕਿ ਮੇਰੀ ਆਵਾਮ 3 ਰੁਪਈਆ
ਤੇ ਪੈਟਰੋਲ ਮਹਿੰਗਾ ਅਫੋਰਡ ਨਹੀਂ ਕਰ ਸਕਦੀ ਔਰ ਉਹਨੇ ਗਵਰਨਮੈਂਟ ਵਜ਼ੀਰ ਆਜ਼ਮ ਨੂੰ ਫੈਸਲਾ ਵਾਪਸ ਲੈਣ ਤੇ ਮਜਬੂਰ ਕੀਤਾ ਸੀ। ਇਹ ਮੀਆਂ ਯਾਸੀਨ ਤਰੀਖ ਦੇ ਵਿੱਚ ਗੱਲ ਸ਼ਾਮਲ ਹੈ। ਔਰ ਅੱਜ 11 ਰੁਪਏ ਪੈਟਰੋਲ ਵੱਧ ਜਾਂਦਾ। ਅੱਜ ਕਿਸਾਨ ਦੀ ਗੰਦਮ 1800 ਤੋਂ 4500 ਹੋ ਜਾਂਦੀ, ਉਹਨੂੰ 1800 ਵੀ ਰੇਟ ਨਹੀਂ ਲੱਭਦਾ। ਅੱਜ ਉਹਦਾ ਆਲੂ 5500 ਵਾਲੀ ਬੋਰੀ ਜਨਾਬ ਜਿਹੜੀ ਹੈ ਤੁਹਾਡੀ ਉਹ ਵਿਕ ਰਹੀ 500-700 ਵਿੱਚ। ਕੋਈ ਐਸੇ ਦੋਨੇ ਹਿਕਮਤਾਂ ਨਹੀਂ ਨਜ਼ਰ ਆਈ ਹੋਵੇ ਨਾ ਜੀ। ਕਿਉਂ ਉਸ ਵਕਤ ਲੋਕ ਵੀ ਸਟ੍ਰਾਈਕ ਕਰਦੇ ਸਨ ਤੇ ਸਿਆਸਤਦਾਨ ਵੀ ਜਿਹੜਾ ਹੈ ਉਸ ਤਰ੍ਹਾਂ ਸਾਥ ਦਿੰਦੇ ਸਨ। ਸਾਡਾ ਸਿਆਸਤਦਾਨ ਸਾਥ ਕਿਸ ਤਰ੍ਹਾਂ ਦੇਵਨ ਤੁਸੀਂ ਦੱਸੋ। ਕਿਸੇ ਬੰਦੇ ਦੀ ਡੀਪੀ ਵੇਖੀ ਹੋਵੇ ਵੀ ਤੁਸੀਂ ਕਿਸਾਨ ਤੇ ਜ਼ੁਲਮ ਬੰਦ ਕਰੋ। ਕਿਸੇ ਬੰਦੇ ਦੀ ਡੀਪੀ ਵੇਖੀ ਹੋਵੇ ਅਸੀਂ ਇੰਨਾ ਮਹਿੰਗਾ ਪੈਟਰੋਲ ਨਹੀਂ ਅਫੋਰਡ ਕਰ ਸਕਦੇ। ਕਿਸੇ ਬੰਦੇ ਦੀ ਡੀਪੀ ਵੇਖੀ ਹੋਵੇ ਅਸੀਂ ਉਸਲੇ ਤਾਂ 2700 ਦੇ ਪਰਚੇ ਹੁੰਦੇ ਨੇ ਗੰਦਮ ਦੇ। ਕਿਸੇ ਦੀ ਡੀਪੀ ਵੇਖੀ ਹੋਵੇ 5000 ਦਾ ਅਸੀਂ ਆਟਾ ਨਹੀਂ ਲੈ ਸਕਦੇ। ਇਹਦਾ ਮਤਲਬ ਹੈ ਆਵਾਮ ਮੁਤਮਿਨ ਹੈ। ਆਪਾਂ ਨੂੰ ਇੱਕ ਤਬਕਾ ਪਾਗਲ ਸਮਝਦਾ ਹੈ। ਉਹ ਆਂਦਾ ਹੈ ਵੀ ਪਾਗਲ ਹੋਏ ਫਿਰਦੇ ਨੇ ਐਵੇਂ ਹੀ। ਲੇਕਿਨ ਮੈਂ ਉਹਨਾਂ ਨੂੰ ਇੱਕ ਦੱਸ ਦੇਵਾਂ, ਮੈਂ ਆਦੇ ਮਹਿਕਮੇ ਦੇ ਵਿੱਚ ਹੈਗਾ ਸੀ ਤੇ 2017 ਵਿੱਚ ਅਸੀਂ ਨਿਕਲੇ। ਸਾਡਾ ਮਹਿਕਮਾ ਬੰਦ ਹੋਣਾ ਸੀ, ਉਹਨਾਂ ਕੋਲ ਨਾ ਕੀਤਾ ਗਿਆ। ਕਿਹੜਾ ਮਹਿਕਮਾ ਜੀ? ਸਾਡਾ ਯੂਟਿਲਿਟੀ ਸਟੋਰ ਮਹਿਕਮਾ ਸੀ। ਮੈਂ ਉਹਦੇ 17ਵੇਂ ਸਕੇਲ ਦੀ ਨੌਕਰੀ ਕੀਤੀ। 2017 ਚ ਨਿਕਲੇ, ਮਹਿਕਮਾ ਨਾ ਬੰਦ ਹੋਇਆ। 2022 ਚ ਨਿਕਲੇ, ਮਹਿਕਮਾ ਬੰਦ ਨਾ ਹੋਇਆ। ਫਿਰ ਉਹਨਾਂ ਸਾਡੀਆਂ 2 ਯੂਨੀਅਨ ਬਣਾ ਦਿੱਤੀਆਂ। ਅਸੀਂ 2025 ਚ ਨਾ ਨਿਕਲੇ, 2 ਮਹੀਨੇ ਬਾਅਦ ਉਹਨਾਂ ਮਹਿਕਮਾ ਬੰਦ ਕਰ ਦਿੱਤਾ। ਮੈਂ ਆਨਾ ਵੀ ਜਿੰਨੀ ਦੇਰ ਤੱਕ ਹੱਕ ਵਾਸਤੇ ਨਿਕਲੋਗੇ ਤੇ ਬਚੋਗੇ, ਨਾ ਨਿਕਲੋਗੇ ਤੇ ਨਾ ਬਚੋਗੇ। ਸਹੀ ਗੱਲ ਹੈ। ਹੱਕ ਵਾਸਤੇ ਨਿਕਲਣਾ ਚਾਹੀਦਾ ਹੈ। ਗੱਲ ਇਹ ਹੀ ਐਂਡ ਹੈ ਵੀ ਆਦੇ ਹੱਕ ਵਾਸਤੇ ਜਿੰਨਾ ਚਿਰ ਤੁਸੀਂ ਨਾ ਨਿਕਲ ਸਕਦੇ ਤੁਹਾਡਾ ਹੱਕ ਮਰਿੰਦਾ ਹੀ ਰਹੇ ਸੀ, ਤੁਹਾਨੂੰ ਹੱਕ ਨਹੀਂ ਮਿਲਣਾ। ਸਰ ਤੁਸੀਂ ਖੁਸ਼ਕਿਸਮਤ ਨੇ। ਮੈਂ ਤੁਹਾਨੂੰ ਇੱਕ ਦੱਸਾਂ, ਇਹ ਜਿਹੜੇ ਇਹ ਆਪਾਂ ਬਸੀਰਪੁਰ ਦੇ ਏਰੀਆ ਵਿੱਚ ਅਸੀਂ ਖੁਸ਼ਕਿਸਮਤ ਆ ਜਿੰਦੇ ਨਾਲ ਤੀਜਾ ਬੰਦਾ ਮੰਜੀ ਚਾਵਣ ਵਾਲਾ ਵੀ ਕੋਈ ਨਹੀਂ ਨਾ। ਚੌਧਰੀ ਇਫਤਖਾਰ ਹੁਸੈਨ, ਮੀਆਂ ਮੋਇਨ ਖਾਨ ਤੇ ਨਾਸਰ ਨੂਰ ਅਮੀਨ ਉਹਦੇ ਨਾਲ ਵੀ ਮਦਦ ਵਾਸਤੇ ਤਿਆਰ ਨੇ। ਮੀਆਂ ਸਾਹਿਬ ਸ਼ਾਦੀ ਤੇ ਆਵੇਂ ਟੈਂਟਾਂ ਨਾਲ ਪਹਿਲੇ ਮਿਲਦੇ ਨੇ, ਬਾਅਦ ਸ਼ਾਦੀ ਦੇ ਅੰਦਰ ਸ਼ਾਮਲ ਹੁੰਦੇ ਨੇ। ਸਾਡੀ ਤਾਂ ਅੱਲਾਹ ਤਾਲਾ ਦੀ ਤਰਫ ਖੁਸ਼ਕਿਸਮਤੀ ਕਿ ਅਸੀਂ ਇਹ ਜੇ ਲੋਕਾਂ ਦੇ ਇਲਾਕੇ ਵਿੱਚ ਆਏ। ਸਾਡੇ ਇਹ ਜੇ ਲੋਕ ਲੀਡਰ ਨੇ, ਲੇਕਿਨ ਇਹ ਹੈ ਕਿ ਅਸੀਂ ਆਦੀ ਆਵਾਜ਼ ਜਿਹੜੀ ਹੈ ਉਹਨਾਂ ਤੱਕ ਪਹੁੰਚਾ ਰਹੇ। ਲੇਕਿਨ ਉਸ ਤਰੀਕੇ ਜਿਸ ਤਰ੍ਹਾਂ ਅਸੈਂਬਲੀ ਵਿੱਚ ਇਹਨਾਂ ਸਾਡਾ ਮੁਕੱਦਮਾ ਲੜਾ 3 ਜਣਿਆਂ ਨੇ, ਜਾਂ ਇੱਕ ਰਾਏ ਐਸਾ ਲੜ ਪੂਰੇ ਪੰਜਾਬ ਵਿੱਚ ਕਿਸੇ ਲੜਿਆ ਕਿਸਾਨ ਦਾ ਨਹੀਂ। ਆਦੀ ਪਾਰਟੀ ਵਿੱਚ ਬਹਿ ਕੇ ਤੇ ਸ਼ੇਰ ਤਰ੍ਹਾਂ ਗਰਜਣਾ, ਇਹ 3 ਬੰਦੇ ਸ਼ੇਰ ਤਰ੍ਹਾਂ ਗਰਜੇ ਨੇ। ਇਹਨਾਂ ਤਰ੍ਹਾਂ ਕੋਈ ਗਰਜ ਨਹੀਂ ਕਿਸੇ ਕੀਤੀ ਹੈ। ਇਹ ਤੁਹਾਡਾ ਰਾਓ ਅਜਮਲ ਗਿਆ 2 ਦਿਨ ਪਹਿਲੇ। ਆ ਜਿਹੜੇ ਤੁਸੀਂ ਆਪਣੇ ਕੋਲ ਇੱਕ ਸ਼ਾਮਲ ਸੀ ਖਿੱਚੀ ਸਾਹਿਬ, ਮੈਂ ਤੁਹਾਨੂੰ ਦੱਸਣਾ ਮੇਰੇ ਕੋਲ ਕੋਈ ਹਕੂਮਤੀ ਖਬਰ ਸੀ ਜਿਹੜਾ ਮੈਂ 8 ਤਰੀਕ ਨੂੰ ਖਬਰ ਲਾਈ ਸੀ ਕਿ 22 ਨੂੰ ਬਾਰਡਰ ਓਪਨ ਹੋਵੇਗਾ। 20 ਤਰੀਕ ਨੂੰ ਤੁਸੀਂ ਵੇਖੋ ਤੁਹਾਡੇ ਵਜ਼ੀਰ ਆਜ਼ਮ ਨੇ ਆਤ ਪ੍ਰੈਸ ਕਾਨਫਰੰਸ ਕੀਤੀ ਹੈ ਵੀ ਕੁਝ ਮਾਮਲਾ ਸਾਡੇ ਉਹਨਾਂ ਨਾਲ ਤੈਅ ਨਹੀਂ ਹੋ ਰਿਹਾ। ਉਸ ਤੋਂ ਬਾਅਦ ਮੇਰੇ ਕੋਲ 30 ਤਰੀਕ ਦੀ ਖਬਰ ਸੀ। 30 ਤਰੀਕ ਨੂੰ ਤੁਸੀਂ ਵੇਖ ਲਓ ਕੱਲ ਆਏ ਨੇ ਉਹਨਾਂ ਰਾਈਸ ਵਾਲੇ ਜਿਹੜੇ ਨੇ ਉਹਨਾਂ ਤੇ ਚਾਵਲ ਵਾਲਿਆਂ ਤੇ ਉਹਨਾਂ ਪੂਰਾ ਬੋਰਡ ਹੀ ਬਦਲ ਦਿੱਤਾ। ਮੈਂ ਮੇਰੇ ਆਖਣ ਤੇ ਨਹੀਂ ਬਦਲਾ, ਲੇਕਿਨ ਮੇਰੇ ਕੋਲ ਖਬਰ ਸੀ ਕਿ ਵਜ਼ੀਰ ਆਜ਼ਮ ਜਿਹੜਾ ਇਸ ਤੇ 30 ਤਰੀਕ ਨੂੰ ਮੀਟਿੰਗ ਕਰ ਰਿਹਾ ਹੈ। ਹੁਣ ਮੇਰੇ ਕੋਲ ਅਗਲੀ ਵੀ ਖਬਰ ਹੈ, ਇੱਕ ਬ੍ਰੇਕਿੰਗ ਨਿਊਜ਼ ਹੈ ਕਿ ਜਿਹੜੇ ਤਜਾਕਿਸਤਾਨ ਦੇ 2-3 ਮੁਲਕ ਹਨ ਜਿਹਨੂੰ ਸੈਂਟਰਲ ਏਸ਼ੀਆ ਦੇ ਨੇ, ਉਹਨਾਂ ਦੇ 2 ਵਜ਼ੀਰ ਆਜ਼ਮ ਤੁਹਾਡੇ ਪਾਕਿਸਤਾਨ ਦੇ ਵਿੱਚ ਤਸ਼ਰੀਫ ਲਿਆ ਰਹੇ ਨੇ। ਜਿਹੜਾ ਟ੍ਰੇਨ ਵਾਲਾ ਮਨਸੂਬਾ ਹੈ ਉਹਦੇ ਤਹਿਤ ਸਹੀ, ਅਗਰ ਉਹ ਇਹਦੇ ਵਿੱਚ ਤਸ਼ਰੀਫ ਲਿਆ ਰਹੇ ਨੇ ਤਾਂ ਫਿਰ ਤੁਸੀਂ ਤਵੱਕੋ ਕਰ ਸਕਦੇ ਜੇ ਵੀ ਫਿਰ ਬਾਰਡਰ ਦੇ ਵਿੱਚ ਪੇਸ਼ ਰਫਤ ਹੈ। ਅੱਜ ਉਹਨੇ ਇਹ ਤੁਸੀਂ ਲੋਕਾਂ ਨੂੰ ਇਨਫੋਰਮੇਸ਼ਨ ਦਿਓ, ਅਗਰ ਉਹ ਪੂਰੀ ਸਾਬਤ ਨਾ ਹੋਵੇ, ਉਹ ਹਕੂਮਤ ਦੀ ਪਾਲਿਸੀ ਜਾਂ ਉਹਨਾਂ ਤੇ ਆਦੇ ਕ੍ਰਿਟਿਸਾਈਜ਼ ਨਹੀਂ ਕਰਦੇ। ਉਹਨੇ ਇਹਨੇ ਖਬਰ ਦਿੱਤੀ ਸੀ ਇਹਨੂੰ ਢਾਹ ਲਓ। ਸਹੀ ਵੀ ਸਾਡਾ ਜਾਂ ਤਾਂ ਤੂੰ ਸਾਡੇ ਮਗਰ ਲੱਗ ਤੇ ਆਦੇ ਇਤਜਾਜ ਦਾ ਹਿੱਸਾ ਬਣਾਵੇਂ, ਆਦੀ ਫਸਲ ਵਾਸਤੇ ਨਿਕਲਾਵੇਂ। ਤੂੰ ਤਾਂ ਆਦੀ ਫਸਲ ਵਾਸਤੇ ਨਿਕਲਣ ਨੂੰ ਤਿਆਰ ਨਹੀਂ ਹੈ, ਮੂੰਹ ਚ ਗਾਲੀ ਕੱਢਣ ਸਾਨੂੰ ਤਿਆਰ ਹੈ। ਮੀਆਂ ਜੀ ਉਹਨਾਂ ਦੇ ਪੈਸੇ ਵੱਧ ਜਾਣ ਫਸਲ ਦੇਣਾ ਕੋਈ ਸਾਨੂੰ ਦੇਣੇ ਨੂੰ ਨਹੀਂ। ਗੋਭੀ ਵਾਲਾ ਰੋ ਰਿਹਾ ਹੈ, ਕਿੰਨੂ ਵਾਲਾ ਰੋ ਰਿਹਾ ਹੈ, ਮਾਲਟੇ ਵਾਲਾ ਰੋ ਰਿਹਾ ਹੈ, ਅੰਬ ਵਾਲਾ ਰੋ ਰਿਹਾ ਹੈ, ਸਾਰੀ ਦੁਨੀਆ ਜੋ ਰੋ ਰਹੀ ਹੈ। ਤੇ ਇੱਕ ਵਾਰੀ ਬਾਹਰ ਆ ਤੇ ਪੈਟੀ ਲਵਣ ਤਸੱਲੀ ਨਾਲ ਨਿਕਲਣਾ ਚਾਹੀਦਾ ਕਿਸਾਨਾਂ ਨੂੰ। ਬਈ ਜੀ ਗੱਲ ਐਂਡੇ ਹੀ ਹੈ।